ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੱਲਬਾਤ ਕਰਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ CWC ਇਮੀਗ੍ਰੇਸ਼ਨ ਦਫ਼ਤਰ 'ਚ ਪਹੁੰਚੇ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਅੱਜ ਕੱਲ੍ਹ, ਕਿਹੜੀਆਂ ਮੁਸ਼ਕਲਾਂ ਵਿੱਚ ਬੱਚੇ ਪਰਿਵਾਰ ਫਸੇ ਹੋਏ ਹਨ, ਇਮੀਗ੍ਰੇਸ਼ਨ ਦੀਆਂ ਕਿਹੜੀਆਂ ਮੁਸ਼ਕਲਾਂ ਵਿੱਚ ਫਸੇ ਹੋਏ ਹਨ? ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਅਕਸਰ ਆਪਾਂ ਹੁਣ ਸਵੇਰੇ ਸੁਣਦੇ ਹਾਂ, ਜਦੋਂ ਰੇਡੀਓ ਸੁਣੋ, ਟੈਲੀਵਿਜ਼ਨ ਦੇਖੋ, ਤਾਂ ਬਹੁਤ ਲੋਕਾਂ ਦਾ ਕੰਸਰਨ ਹੈ ਕਿ ਜਿਹੜੇ ਸਟੂਡੈਂਟ ਆਏ ਨੇ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਹੈਗਾ। ਸੋ ਜਨਵਰੀ ਸੈਸ਼ਨ 'ਚ ਆਏ ਨੇ, ਹੁਣ ਤੱਕ ਇੱਥੇ ਕੰਮ ਨਹੀਂ ਮਿਲ ਰਿਹਾ ਹੈਗਾ। ਸੋ ਉਹਦੇ 'ਤੇ ਸਭ ਤੋਂ ਪਹਿਲਾਂ ਤਾਂ ਸਰਕਾਰ ਦੀਆਂ ਕੁਛ ਪੋਲਿਸੀਜ਼ ਨੇ ਜਿਹਦੇ ਕਰਕੇ ਇਹ ਪ੍ਰੋਬਲਮ ਹੋਈ ਹੈ। ਜਿਹੜੇ ਇੰਡੀਵਿਜੂਅਲਸ ਨੂੰ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ, ਉਹਨਾਂ ਨੂੰ 40 ਘੰਟੇ ਕੰਮ ਕਰਨ ਨੂੰ ਦੇ ਤਾ। ਸੋ ਜਿੱਥੇ 1-2 ਬੰਦੇ ਕੰਮ ਕਰ ਸਕਦੇ ਸੀ, ਉੱਥੇ ਹੁਣ ਇੱਕੋ ਹੀ ਬੰਦਾ ਕੰਮ ਕਰ ਰਿਹਾ। ਖੈਰ ਬਹੁਤ ਹੀ ਦੇਰ ਤਾਂ ਲਾਸਟ ਨਹੀਂ ਕਰੂਗਾ, 31 ਦਸੰਬਰ ਤੱਕ ਇਹ ਹੈਗਾ, ਪਰ ਉਦੋਂ ਤੱਕ ਇਹ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਉਣਗੀਆਂ। ਅਤੇ ਦੂਜੀ ਜਿਹੜੀ ਗੱਲ ਹੈਗੀ ਹੈ ਉਹ ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਘੰਟੇ 7 ਅਕਤੂਬਰ ਤੋਂ ਬਾਅਦ ਸਟੂਡੈਂਟ ਆਏ ਹੈਗੇ ਆ ਜਾਂ ਐਪਲੀਕੇਸ਼ਨ ਹੋਈ ਹੈ, ਉਹ ਸਿਰਫ 20 ਘੰਟੇ ਕੰਮ ਕਰ ਰਹੇ ਨੇ ਅਤੇ ਬਹੁਤਿਆਂ ਨੂੰ ਇਹ ਪਤਾ ਨਹੀਂ, ਉਹ ਇਹੀ ਸੋਚ ਰਹੇ ਨੇ ਕਿ ਅਸੀਂ ਫੁੱਲ ਟਾਈਮ ਕੰਮ ਕਰ ਸਕਦੇ ਹਾਂ। ਸੋ ਉੱਥੇ ਬਹੁਤ ਵੱਡੀ ਪ੍ਰੋਬਲਮ ਉਹਨਾਂ ਨੂੰ ਆ ਸਕਦੀ ਹੈ। ਜੇ ਉਹ ਆਥੋਰਾਈਜ਼ ਨਹੀਂ ਹੈਗੇ ਫੁੱਲ ਟਾਈਮ ਕੰਮ ਕਰਨ ਨੂੰ ਅਤੇ ਉਹ ਫੁੱਲ ਟਾਈਮ ਕੰਮ ਕਰੀ ਜਾ ਰਹੇ ਨੇ, ਤਾਂ ਅੱਗੇ ਜਾ ਕੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਹੈ ਨਹੀਂ ਮਿਲੂਗਾ, ਕਿਉਂਕਿ ਉਹਨਾਂ ਨੇ ਜਿਹੜੀ ਕੰਡੀਸ਼ਨ ਹੈ ਉਹ ਬ੍ਰੀਚ ਕਰ ਦਿੱਤੀ ਹੋਈ ਹੈ। ਕਈ ਵਾਰੀ ਬੱਚੇ ਨਹੀਂ ਪਤਾ ਲੱਗਦਾ ਮੈਂ ਕੀ ਕਰ ਸਕਦਾ। ਜੇ ਸਲਾਹ ਲੈਣੀ ਹੋਵੇ ਕਿੱਥੋਂ ਲੈ ਸਕਦੇ ਆ? ਤੁਹਾਨੂੰ ਕਾਲ ਕਰ ਸਕਦੇ ਆ ਵੀ ਮੈਂ ਨਵਾਂ ਆਇਆ, ਮੈਂ ਕਿੰਨੇ ਘੰਟੇ ਕੰਮ ਕਰਦਾ, ਕੀ ਕੁਛ ਕਰ ਸਕਦਾ? ਬਿਲਕੁਲ ਜੀ, ਉਹ ਸਾਨੂੰ ਕਾਲ ਕਰ ਸਕਦੇ ਆ ਅਤੇ ਉਹ ਤੋਂ ਬਾਅਦ ਇਮੀਗ੍ਰੇਸ਼ਨ ਮਹਿਕਮੇ ਦਾ ਵੀ ਜਿਹੜਾ ਟੋਲ ਫਰੀ ਨੰਬਰ ਹੈ ਉੱਥੇ ਵੀ ਕਾਲ ਕਰ ਸਕਦੇ ਆ। ਬਾਕੀ ਜਿਹੜੀ ਇਮੀਗ੍ਰੇਸ਼ਨ ਮਹਿਕਮੇ ਦੀ ਵੈਬਸਾਈਟ ਆ ਉਹ ਵੀ ਜਾਣਕਾਰੀ ਇਹਨਾਂ ਗੱਲਾਂ ਦੀ ਦਿੰਦੀ ਹੈਗੀ ਹੈ। ਮੈਂ ਗੱਲਬਾਤ ਤਾਂ ਇਹ ਪੁੱਛੀ, ਪਤਾ ਕੀ ਆ, ਬੱਚੇ ਕਈ ਵਾਰੀ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਬਿਜ਼ੀ ਰਹਿੰਦੇ ਹਨ, ਪਰ ਆਪਣੇ ਬਾਰੇ ਸੋਚੇ ਤੁਹਾਡੇ ਨਾਲ ਕੀ ਹੋ ਸਕਦਾ। ਸੋ ਅਸੀਂ CWC ਇੱਥੇ ਦੀ ਇਮੀਗ੍ਰੇਸ਼ਨ ਵਾਲੇ ਸਾਰੇ ਰੈਡੀ ਹਨ ਤੁਹਾਡੀ ਹੈਲਪ ਕਰਨ ਦੇ ਲਈ। ਪਰ ਜੇ ਤੁਸੀਂ ਹੈਲਪ ਲਓਗੇ, ਜੇ ਬਾਅਦ ਵਿੱਚ ਪੰਗਾ ਪੈ ਗਿਆ, ਫਿਰ ਪੈਸੇ ਵੀ ਲੱਗਣਗੇ, ਸ਼ਾਇਦ ਕੰਟਰੀ ਵਿੱਚੋਂ ਕੱਢ ਵੀ ਦੇਣ। ਹਾਂਜੀ, ਇਹ ਬਹੁਤ ਸਾਰੇ ਕੇਸਿਸ ਪਹਿਲਾਂ ਵੀ ਹੋਏ ਨੇ। ਇੱਕ ਫੇਮਸ ਜਿਹੜਾ ਕੇਸ ਆ ਉਹ ਇੱਕ ਟਰੱਕ ਡਰਾਈਵਰ ਦਾ ਸੀ, ਜਿੱਥੇ ਸਟੂਡੈਂਟ ਟਰੱਕ ਡਰਾਈਵ ਕਰਦਾ ਸੀਗਾ। ਉਹ ਤੋਂ ਬਾਅਦ ਉਹ ਪਾਇਆ ਗਿਆ ਕਿ ਉਹ 20 ਘੰਟਿਆਂ ਤੋਂ ਜ਼ਿਆਦਾ ਕੰਮ ਕਰ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਉਹਨੂੰ ਰਿਮੂਵ ਜਿਹੜਾ ਕੈਨੇਡਾ 'ਚੋਂ ਕਰ ਦਿੱਤਾ ਗਿਆ। ਸੋ ਇਹ ਜਿਹੜੀ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ, ਇਹ ਕੋਈ ਪ੍ਰਿਵਲੇਜ ਨਹੀਂ ਹੈਗਾ ਕਾਨੂੰਨ ਦੇ ਥੱਲੇ ਜਿਹਦੇ ਤਹਿਤ ਕਿ ਤੁਹਾਨੂੰ ਇਹ ਇਜਾਜ਼ਤ ਮਿਲੀ ਹੋਈ ਹੈ। ਸੋ ਇਹੋ ਜਿਹਾ ਕੋਈ ਕਾਨੂੰਨ ਦੇ ਜਿਹੜੀ ਕਿਤਾਬ ਉਹ 'ਚ ਨਹੀਂ ਲਿਖਿਆ ਗਿਆ। ਇਹਦਾ ਜਿਹੜਾ ਓਰੀਜਨ ਹੈ ਉਹ ਸੈਕਸ਼ਨ 209 ਦੇ ਥੱਲੋਂ ਹੁੰਦਾ। ਜਿਹੜਾ ਸੈਕਸ਼ਨ 209 ਹੈ ਉਹਦੇ ਥੱਲੇ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਜਿਹੜਾ ਅਧਿਕਾਰ ਹੈ ਕਿ ਕੈਨੇਡਾ ਦੀ ਇਕੋਨਮੀ ਅਤੇ ਬੈਨੀਫਿਟ ਲਈ ਅਤੇ ਕੈਨੇਡਾ ਦੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਕੰਪੈਟੀਟਿਵਨੈਸ ਨੂੰ ਵਧਾਉਣ ਲਈ ਉਹ ਕੋਈ ਪਬਲਿਕ ਪੋਲਿਸੀ ਜਿਹੜੀ ਬਣਾ ਸਕਦਾ। ਸੋ ਉਸੇ ਕਰਕੇ ਇਹ ਪਬਲਿਕ ਪੋਲਿਸੀ ਬਣਾਈ ਹੈ ਕਿ ਜਿਹੜੇ ਸਟੂਡੈਂਟ ਨੇ ਉਹ ਜੇ ਇੱਥੇ ਆਉਣ ਤਾਂ ਉਹ 20 ਘੰਟੇ ਕੰਮ ਕਰ ਸਕਦੇ ਨੇ। ਪਬਲਿਕ ਪੋਲਿਸੀ ਦੇ ਉੱਤੇ ਜਿਹੜਾ ਕੋਰਟ ਹੈ ਉਹਦੀਆਂ ਬਹੁਤ ਕਲੀਅਰ ਇੰਸਟਰਕਸ਼ਨਸ ਨੇ ਜੀ। ਉਹ ਜਿਹੜੇ ਰੂਪ 'ਚ ਲਿਖੀ ਗਈ ਹੈ ਉਹ ਉਸੇ ਰੂਪ 'ਚ ਪਾਲਣ ਹੋਣੀ ਚਾਹੀਦੀ ਹੈ। ਕਾਨੂੰਨ 'ਚ ਤਾਂ ਐਗਜ਼ੈਂਪਸ਼ਨਸ ਹੋ ਸਕਦੀਆਂ ਨੇ, ਐਕਸੈਪਸ਼ਨਸ ਹੋ ਸਕਦੀਆਂ ਨੇ, ਪਰ ਪਬਲਿਕ ਪੋਲਿਸੀ 'ਚ ਨਾ ਕੋਈ ਐਗਜ਼ੈਂਪਸ਼ਨ ਹੈ ਨਾ ਕੋਈ ਐਕਸੈਪਸ਼ਨ ਹੈ। ਉਹ ਜਿਸ ਰੂਪ 'ਚ ਲਿਖੀ ਹੈ ਉਸੇ ਰੂਪ 'ਚ ਉਹਨੂੰ ਫੋਲੋ ਕਰਨਾ ਹੈ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਹੁਣ ਆਹ ਹੋ ਗਿਆ ਸੀ ਇਸ ਕਰਕੇ ਆਹ ਹੋ ਗਿਆ। ਉਹ ਕਹਿੰਦੇ ਵੀ ਆਹ ਜਿਹੜੀ ਚੀਜ਼ ਲਿਖੀ ਹੈ ਤੂੰ ਇਹਨੂੰ ਫੋਲੋ ਕਰਨਾ ਹੈ, ਕਿਉਂਕਿ ਉਹ ਕਾਨੂੰਨ ਦਾ ਹਿੱਸਾ ਨਹੀਂ ਹੈਗੀ। ਉਹ ਇੱਕ ਚੀਜ਼ ਨੂੰ ਫੈਸਿਲਿਟੇਟ ਕਰਨ ਲਈ ਉਹ ਬਣਾਇਆ ਗਿਆ। ਸੋ ਜੇ ਤੁਸੀਂ ਉੱਥੇ ਕੋਈ ਉਹਨੂੰ ਫੋਲੋ ਨਹੀਂ ਕਰਦੇ ਤਾਂ ਅੱਗੇ ਜਾ ਕੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਹੋ ਸਕਦਾ ਹੈ। ਅਤੇ ਦੂਜਾ ਇਹਦੇ ਨਾਲ ਤੁਸੀਂ ਜੇ ਫੇਲ ਹੋ ਗਏ ਹੋ ਤਾਂ ਤੁਸੀਂ 1 ਘੰਟਾ ਵੀ ਕੰਮ ਨਹੀਂ ਕਰ ਸਕਦੇ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਫੇਲ 1 ਸਮੈਸਟਰ 2 ਸਮੈਸਟਰ ਡਜ਼ਨਟ ਮੈਟਰ, ਸਬਜੈਕਟ 'ਚੋਂ ਵੀ ਫੇਲ ਹੋ ਗਏ ਤੁਸੀਂ ਕੰਮ ਨਹੀਂ ਕਰ ਸਕਦੇ। ਉਹ ਕਿਸੇ ਵੀ ਸਮੇਂ ਤੁਸੀਂ ਫੇਲ ਹੋ ਗਏ ਉਹ ਤੋਂ ਬਾਅਦ ਤੁਰੰਤ ਤੁਹਾਨੂੰ ਕੰਮ ਹੈ ਜਿਹੜਾ ਬੰਦ ਕਰਨਾ ਪਊਗਾ। ਜੇ ਤੁਸੀਂ ਫੇਲ ਹੋ ਕੇ ਕੰਮ ਕਰਦੇ ਰਹੇ ਤਾਂ ਵੀ ਤੁਸੀਂ ਕੰਡੀਸ਼ਨ ਹੈ ਜਿਹੜੀ ਬ੍ਰੀਚ ਕਰਤੀ ਅਤੇ ਤੁਹਾਨੂੰ ਅੱਗੇ ਜਾ ਕੇ ਵਰਕ ਪਰਮਿਟ ਹੈ ਜਿਹੜਾ ਨਹੀਂ ਮਿਲੂਗਾ। ਇੱਥੇ ਕੁਐਸਚਨ ਹੋਰ ਉੱਠਦਾ, ਸਬਜੈਕਟ ਵਿੱਚ ਫੇਲ ਹੋ ਗਏ, ਦੁਬਾਰਾ ਰੀ ਸਬਜੈਕਟ ਉਹ ਲੈਣ ਲੱਗੇ ਹੋਏ ਆ, ਜੇ ਉਹ ਪਾਸ ਕਰ ਗਏ ਫਿਰ ਵੀ ਨਹੀਂ ਕਰ ਸਕਦੇ। ਇਹ ਕੌਣ ਨਹੀਂ ਕਰ ਸਕਦੇ, ਕਿਹੜੇ ਆਏ ਬੱਚੇ ਨਹੀਂ ਕਰ ਸਕਦੇ? ਕੋਈ ਵੀ ਸਟੂਡੈਂਟ ਹੈ ਉੱਤੇ ਸੈਕਸ਼ਨ 220 ਸਬਸੈਕਸ਼ਨ 1 ਹੈ ਜਿਹੜਾ ਉਹ ਬਹੁਤ ਕਲੀਅਰ ਹੈ। ਉਹ ਕਹਿੰਦਾ ਹੈਗਾ ਕੰਡੀਸ਼ਨਸ ਔਨ ਅ ਸਟੱਡੀ ਪਰਮਿਟ ਹੋਲਡਰ। ਕੋਈ ਵੀ ਸਟੱਡੀ ਪਰਮਿਟ ਹੋਲਡਰ ਹੈ ਉਹ 'ਤੇ 2 ਕੰਡੀਸ਼ਨਸ ਨੇ ਜਿਹੜੀਆਂ ਫੋਲੋਇੰਗ ਨੇ। ਪਹਿਲੇ ਉਹ ਇਨਰੋਲਡ ਹੋਣੇ ਚਾਹੀਦੇ ਨੇ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ 'ਚ ਅਤੇ ਫੁੱਲ ਟਾਈਮ ਇਨਰੋਲਡ ਹੋਣੇ ਚਾਹੀਦੇ ਨੇ। ਦੂਜੀ ਕੰਡੀਸ਼ਨ ਹੈ ਉਹ ਐਕਟਿਵਲੀ ਪਰਸੂ ਕਰਦੇ ਹੋਣੇ ਚਾਹੀਦੇ ਨੇ ਆਪਦੇ ਜਿਹੜਾ ਪ੍ਰੋਗਰਾਮ ਹੈ, ਮਤਲਬ ਪਾਸ ਵੀ ਹੁੰਦੇ ਹੋਣੇ ਚਾਹੀਦੇ ਨੇ। ਸੋ ਜਦੋਂ ਹੀ ਤੁਸੀਂ ਇਹ 2 ਕੰਡੀਸ਼ਨਸ ਨੂੰ ਮੀਟ ਨਹੀਂ ਕਰਦੇ ਉਹ ਤੋਂ ਬਾਅਦ ਤੁਸੀਂ ਕੰਮ ਨਹੀਂ ਕਰ ਸਕਦੇ। ਸੋ ਕੋਈ ਮੰਨ ਲਓ ਫੋਰ ਐਗਜ਼ਾਮਪਲ ਕੋਈ ਫਸਟ ਈਅਰ 'ਚ ਫੇਲ ਹੋ ਗਿਆ,
ਫਸਟ ਸੈਮੈਸਟਰ 'ਚ ਫੇਲ ਹੋ ਗਿਆ, ਉਹ ਤੁਰ ਤੱਕ ਕੰਮ ਨਹੀਂ ਕਰ ਸਕਦਾ ਹੈ। ਸਾਰਾ ਸਮੈਸਟਰ ਜਾਂ ਇੱਕ ਸਬਜੈਕਟ? ਪੂਰਾ ਜਿੰਨੀ ਉਹਦੀ ਪੜ੍ਹਾਈ ਹੈ ਉਦੋਂ ਤੱਕ ਨਹੀਂ ਕਰ ਸਕਦਾ, ਕਿਉਂਕਿ ਉਹਦੀ ਕੰਡੀਸ਼ਨ ਬਰੀਚ ਹੈ ਜਿਹੜੀ ਉਹ ਕਰ ਲਈ ਹੋਈ ਹੈ। ਹੁਣ ਜਦੋਂ ਉਹ ਸਬਜੈਕਟ ਪਾਸ ਕਰ ਲੂ, ਉਹਦੇ ਕੋਲ ਅਗਲੀ ਟਰਾਂਸਕ੍ਰਿਪਟ ਆ ਜੂ ਜਿਹੜੇ ਦੱਸੂਗੇ ਕਿ ਹਾਂ ਸਾਰੇ ਪਾਸ ਨੇ, ਉਹ ਤੋਂ ਬਾਅਦ ਕਰ ਸਕਦਾ, ਉਹ ਤੋਂ ਪਹਿਲਾਂ ਉਹ ਨਹੀਂ ਕਰ ਸਕਦਾ। ਅਤੇ ਇੱਕ ਹੋਰ ਇੰਪੋਰਟੈਂਟ ਗੱਲ ਹੈ, ਉਹ ਹੈਗੇ ਜੇ ਤੁਸੀਂ ਫੇਲ ਹੋ ਗਏ ਅਤੇ ਤੁਸੀਂ ਪਾਰਟ ਟਾਈਮ ਹੋ ਗਏ ਹੋ ਤਾਂ ਵੀ ਤੁਹਾਨੂੰ ਅੱਗੇ ਜਾ ਕੇ ਵਰਕ ਪਰਮਿਟ ਨਹੀਂ ਮਿਲੂਗਾ। ਪਾਰਟ ਟਾਈਮ ਸਿਰਫ ਲਾਸਟ ਸਮੈਸਟਰ 'ਚ ਹੋਣਾ ਅਲਾਊਡ ਹੈ, ਹੋਰ ਕਿਸੇ ਵੀ ਟਾਈਮ ਦੇ ਵਿੱਚ ਉਹ ਪਾਰਟ ਟਾਈਮ ਹੋਣਾ ਜ਼ਰੂਰੀ ਨਹੀਂ ਹੈਗਾ। ਪਿੱਛੇ ਜੇ ਇਹ ਬਹੁਤ ਸਰਕਮਸਟੈਂਸਿਸ ਸਾਹਮਣੇ ਆਈਆਂ ਨੇ ਜਿੱਥੇ ਕਾਲਜਸ ਨੇ ਐਡਵਾਈਜ਼ ਕਰਤਾ ਕਿ ਤੂੰ ਪਾਰਟ ਟਾਈਮ ਹੋ ਜਾ, ਉਹ ਤੋਂ ਬਾਅਦ ਇਹ ਤੂੰ ਅੱਗੇ ਜਾ ਕੇ ਕਰ ਲਈ। ਸੋ ਸਮੈਸਟਰ 3 'ਚੋਂ ਸਮੈਸਟਰ 4 'ਚੋਂ ਦੋਵਾਂ 'ਚੋਂ ਪਾਰਟ ਟਾਈਮ ਹੋ ਗਏ, ਅਤੇ ਹੁਣ ਜੇ 3rd 'ਚੋਂ ਹੋ ਗਏ ਹੋ ਤੁਸੀਂ ਅਤੇ ਫਾਈਨਲ 'ਚ ਪਾਰਟ ਟਾਈਮ ਅਲਾਊਡ ਹੈ, ਪਹਿਲਾਂ ਨਹੀਂ, ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ। ਇਹ ਕੇਸ ਅਪੀਲ ਦੇ ਯੋਗ ਵੀ ਨਹੀਂ ਹੈਗੇ, ਕਿਉਂਕਿ ਰੀਜ਼ਨ ਕੀ ਹੈ, ਜੇ ਇੰਨਾ ਜ਼ਿਆਦਾ ਜੂਰਿਸਪ੍ਰੂਡੈਂਸ ਹੈ, ਕੇਸ ਲਾਅ ਹੈ ਜਿਹੜਾ ਇਹ ਕਹਿੰਦਾ ਹੈ ਕਿ ਪਬਲਿਕ ਪਾਲਿਸੀ ਨੂੰ ਹੂ ਬਹੂ ਫੋਲੋ ਕਰਨਾ ਹੈ। ਸੋ ਆਲਰੇਡੀ ਐਸਟੈਬਲਿਸ਼ਡ ਕੇਸ ਲਾਅ ਹੈ ਕਿ ਉਹਨੂੰ ਹੂ ਬਹੂ ਫੋਲੋ ਕਰਨਾ ਹੈ, ਸੋ ਆਪਣੀ ਇਹ ਸੁਣਵਾਈ ਵੀ ਨਹੀਂ ਹੋਊਗੀ। ਹਾਂ, ਸੋ ਤੁਸੀਂ ਕਹਿ ਰਹੇ ਅਪੀਲ ਵਿੱਚ ਰੋ ਪਿੱਟ ਕੇ ਵੀ ਨਹੀਂ ਸਰਦਾ? ਨਹੀਂ ਬਣਨਾ। ਹੁਣ ਇੱਥੇ ਇੱਕ ਹੋਰ ਕਾਨੂੰਨ ਹੈ, ਉਹ ਹੈਗਾ ਸੈਕਸ਼ਨ 208 ਜੀ। ਹੁਣ ਬਹੁਤ ਇਹੋ ਜਿਹੇ ਸਮਾਂ ਅੱਗੇ ਜਾ ਕੇ ਵੀ ਆਊਗਾ, ਪਿੱਛੇ ਵੀ ਆਇਆ ਹੈਗਾ, ਕਿ ਜਿੱਥੇ ਸਟੂਡੈਂਟ ਕੋਲੇ ਪੈਸੇ ਨਹੀਂ ਹੈਗੇ ਫੀਸ ਭਰਨ ਲਈ ਜੀ, ਤਾਂ ਜਿਹੜਾ ਕਾਨੂੰਨ ਹੈ ਉਹ ਇਹ ਨਹੀਂ ਕਹਿੰਦਾ ਕੋਈ ਇਲੀਗਲ ਮੀਨਸ ਯੂਜ਼ ਕਰਕੇ ਕੋਈ ਕਰੇ, ਕਿਉਂਕਿ ਕਾਨੂੰਨ ਹੈ ਜਿਹੜਾ ਬਣਿਆ ਲੋਕਾਂ ਦੀ ਮਦਦ ਲਈ ਬਣਿਆ। ਸੋ ਕਾਨੂੰਨ ਇਹ ਕਹਿੰਦਾ ਹੈਗਾ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਅਤੇ ਸਰਕਮਸਟੈਂਸਿਸ ਬਿਯੋਂਡ ਯੋਰ ਰੀਜ਼ਨੇਬਲ ਕੰਟਰੋਲ ਹੈਗੀਆਂ, ਮਤਲਬ ਕਿ ਤੁਹਾਡੇ ਵੱਸ ਤੋਂ ਬਾਹਰ ਸਿਚੁਏਸ਼ਨ ਹੈਗੀ ਹੈ, ਤਾਂ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਹੈ। ਤੁਸੀਂ ਪੜ੍ਹਾਈ ਛੱਡ ਕੇ ਕੰਮ 'ਤੇ ਜਾ ਸਕਦੇ ਹੋ, ਉਹ ਪੈਸੇ ਕਮਾ ਕੇ ਫਿਰ ਤੋਂ ਦੁਬਾਰੇ ਪੜ੍ਹਾਈ ਕਰ ਸਕਦੇ ਹੋ ਅਤੇ ਫਿਰ ਤੁਹਾਨੂੰ ਵਰਕ ਪਰਮਿਟ ਮਿਲ ਜੂਗਾ। ਇਹ ਬਹੁਤੇ ਲੋਕਾਂ ਨੂੰ ਇਹ ਕਾਨੂੰਨ ਦੀ ਜਾਣਕਾਰੀ ਨਹੀਂ ਹੈਗੀ ਹੈ, ਜਿੱਥੇ ਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਫੀ ਦੇਣ ਨੂੰ, ਅਤੇ ਫਿਰ ਉਹ ਕਈ ਵਾਰੀ ਕਾਲਜ ਛੱਡ ਜਾਂਦੇ ਹੈ, ਕਈ ਵਾਰੀ ਉਹ ਇਲੀਗਲ ਮੀਨਸ ਯੂਜ਼ ਕਰਦੇ ਹੈ। ਉਹਦੀ ਕੋਈ ਜ਼ਰੂਰਤ ਨਹੀਂ। ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਜਾਂ ਤੁਹਾਡੇ ਪੈਰੈਂਟਸ ਜਿਹੜੇ ਤੁਹਾਡੀ ਸਪੋਰਟ ਕਰ ਰਹੇ ਸੀ ਉਹਨਾਂ ਕੋਲ ਪੈਸੇ ਨਹੀਂ ਹੈਗੇ, ਤੁਹਾਨੂੰ ਵਰਕ ਪਰਮਿਟ ਮਿਲ ਜੂਗਾ। ਉਹ ਤੋਂ ਬਾਅਦ ਤੁਸੀਂ ਕਮਾਈ ਕਰੋ, ਪੈਸੇ ਇਕੱਠੇ ਕਰੋ, ਦੁਬਾਰੇ ਪੜ੍ਹਾਈ ਕਰੋ, ਫਿਰ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜੂਗਾ। ਹੁਣ ਜਿਵੇਂ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਬਹੁਤ ਇਹੋ ਜਿਹੇ ਸਟੂਡੈਂਟ ਇੱਥੇ ਆਉਂਦੇ ਆ ਜਿਹੜੇ ਕਿ ਸਿਰਫ ਇਹ ਆਸ ਲੈ ਕੇ ਆਉਂਦੇ ਸੀ ਪਿਛਲੇ ਸਮੇਂ ਦੇ ਵਿੱਚੋਂ ਕਿ ਉਹ ਇੱਥੇ ਆਉਣਗੇ, ਕੰਮ ਕਰ ਲੈਣਗੇ, ਅਤੇ ਫਿਰ ਉਹ ਤੋਂ ਬਾਅਦ ਆਪਣੀ ਫੀਸ ਹੈ ਜਿਹੜੀ ਉਹ ਉਤਾਰ ਲੈਣਗੇ। ਕਿਉਂਕਿ ਪਹਿਲਾਂ ਇਕੋਨਮੀ ਵਧੀਆ ਸੀ, ਉਹ ਬੱਚੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀਗੇ ਵੀ ਜੋਬਸ ਬਹੁਤ ਸਾਰੀਆਂ ਅਵੇਲੇਬਲ ਆ, ਇੱਥੇ ਤਾਂ ਕੋਈ ਕੰਮ ਵਾਸਤੇ ਬੰਦੇ ਲੱਭਦੇ। ਅੱਜ ਕੱਲ੍ਹ ਇਕੋਨਮੀ ਜਿਸ ਹਿਸਾਬ ਨਾਲ ਚੱਲ ਰਹੀ ਹੈਗੀ ਆ, ਆਮ ਬੰਦੇ ਨੂੰ ਜੋਬ ਨਹੀਂ ਮਿਲਦੀ, ਬੱਚੇ ਨੂੰ ਕਿੱਥੇ ਮਿਲੇਗੀ? ਬਿਲਕੁਲ ਸਹੀ। ਸੋ ਉਹਦੇ 'ਚ ਉਹਨਾਂ ਨੂੰ ਕੋਈ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕੋਈ ਉਹਨਾਂ ਨੂੰ ਦੁਖੀ ਹੋਣ ਦੀ ਲੋੜ ਨਹੀਂ। ਉਹ ਇਹ ਕਾਨੂੰਨ ਉਹਨਾਂ ਦੀ ਮਦਦ ਲਈ ਬਣਿਆ। ਸੋ ਉਹ ਇਹ ਪ੍ਰੂਵ ਕਰਨ ਕਿ ਉਹਨਾਂ ਕੋਲ ਪੈਸੇ ਨਹੀਂ ਫੀਸ ਭਰਨ ਲਈ, ਉਹਨਾਂ ਨੂੰ ਵਰਕ ਪਰਮਿਟ ਮਿਲ ਜੂਗਾ, ਉਹ ਕੰਮ ਕਰਨ, ਪੈਸੇ ਕਮਾਉਣ, ਉਸ ਤੋਂ ਬਾਅਦ ਆ ਕੇ ਫੁੱਲ ਟਾਈਮ ਫਿਰ ਪੜ੍ਹਾਈ ਸ਼ੁਰੂ ਕਰਨ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜੂਗਾ ਜੀ। ਸੋ ਪਹਿਲਾਂ ਪੇਪਰ ਲੈਣਾ ਬੜਾ ਜ਼ਰੂਰੀ ਆ। ਹਾਂ, ਤੁਸੀਂ ਮੁਸ਼ਕਿਲ ਵਿੱਚ ਆ, ਤੁਸੀਂ ਕੰਮ ਕਰ ਸਕਦੇ ਹੋ। ਜੇ ਕਿਸੇ ਨੇ ਸਲਾਹ ਲੈਣੀ ਹੋਵੇ ਕਿਸ ਤਰ੍ਹਾਂ ਲੈ ਸਕਦੇ ਹੋ? ਬਿਲਕੁਲ ਜੀ, ਸਾਡੇ 3 ਆਫਿਸ ਹੈਗੇ ਕੈਨੇਡਾ ਦੇ ਵਿੱਚੋਂ। ਬਰੈਂਪਟਨ ਦੇ ਵਿੱਚ ਸਟੀਲਸ ਐਂਡ ਟੋਰਬਨ ਦੇ ਉੱਤੇ ਹੈ ਜੀ, ਸਰੀ ਬ੍ਰਿਟਿਸ਼ ਕੋਲੰਬੀਆ 'ਚ 128 ਸਟਰੀਟ 'ਤੇ 80 ਐਵਨਿਊ 'ਤੇ ਹੈ। ਇਹਦੇ ਨਾਲ ਐਬਸਫੋਰਡ ਦੇ ਵਿੱਚ ਸਾਊਥ ਫਰੇਜ਼ਰ ਵੇ ਦੇ ਉੱਤੇ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ ਦੀ 2nd ਫਲੋਰ 'ਤੇ। ਅਸੀਂ ਮੰਡੇ ਟੂ ਫਰਾਈਡੇ 10 ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਆ ਜੀ। ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ? ਬਿਲਕੁਲ ਜੀ, ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਹਾਂ ਜੀ, ਅੱਗੇ ਰਿਟੇਨ ਕਰਦੇ ਹੋ ਕੰਮ ਕਰਨ ਲਈ ਫਿਰ ਜ਼ਰੂਰ ਚਾਰਜਸ ਨੇ ਜੀ। ਹਾਂ, ਕਦੇ ਵੀ ਗੱਲਬਾਤ ਕਰਨੀ ਹੋਵੇ ਗੁਰਪ੍ਰੀਤ ਖਹਿਰਾ ਸਾਹਿਬ ਦੇ ਦਫ਼ਤਰ ਦੇ ਕਿਸੇ ਵੀ ਆਫਿਸ ਵਿੱਚ ਸੰਪਰਕ ਕਰ ਸਕਦੇ ਹੋ, ਤੁਹਾਡੀ ਮਦਦ ਕਰ ਸਕਦੇ ਹਨ। ਸਵਾਲ ਪੁੱਛ ਲਿਆ ਕਰੋ, ਸੌਖਾ ਤੁਹਾਡੇ ਵਾਸਤੇ ਕੰਮ ਹੋ ਜਾਵੇਗਾ। ਰੂਲਸ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ, ਜਿਸ ਹਿਸਾਬ ਨਾਲ ਇਕੋਨਮੀ ਚੱਲਦੀ ਆ, ਅਤੇ ਤੁਹਾਡੇ ਵੀ ਰੂਲ ਸਰਕਾਰ ਚੇਂਜ ਕਰ ਦਿੰਦੀ ਆ। ਕਿੱਦਾਂ ਫੋਲੋ ਕਰਨੇ ਆ, ਕੀ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ।